ਨਵੇਂ ਵਾਲੇ ਰਘੁਬੀਰ ਸਿੰਘ ਆਏ ਨੇ ਜਿਸ ਤਰੀਕੇ ਦੇ ਨਾਲ, ਔਰ ਸਾਰਾ ਦਾ ਸਾਰਾ ਜਿਹੜਾ ਹੁਣ ਤਾਮਝਾਮ ਹੈਗਾ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਡਿਵੈਲਪਮੈਂਟ ਹੋਣ ਦੀ ਬਜਾਏ ਇੱਕ ਇਕੱਠ ਹੋਣ ਦੀ ਬਜਾਏ ਬਿਖਰਾ ਜਿਹੜਾ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ। ਜਿੰਨੇ ਦਿਨ ਰਘੁਬੀਰ ਸਿੰਘ ਹੁਣੀ ਉਹਨਾਂ ਦੇ ਰਬੜ ਸਟੈਂਪ ਬਣ ਕੇ ਵਿਚਰਨਗੇ ਉਹਨਾਂ ਚਿਰ ਰਹਿਣਗੇ, ਜਿੱਦਣ ਇਹਨਾਂ ਨੇ ਮਨਾ ਕਰ ਦਿੱਤਾ ਉਦਣ ਇਹ ਵੀ ਤੁਰ ਜਾਣਗੇ। ਜਦੋਂ ਉਹਨਾਂ ਕਾਲੀਆਂ ਭੇਡਾਂ ਦਾ ਕੱਚਾ ਚਿੱਠਾ ਪ੍ਰੀਤ ਸਿੰਘ ਸੈਣੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਚੈਨਲ ਰਾਹੀਂ ਉਜਾਗਰ ਕੀਤਾ ਜੀ, ਉਹ ਰੋਸ ਨਾ ਕੀਜੇ ਉੱਤਰ ਜੀ ਦੀਜੇ ਦੀ ਥਾਂ ਦੇ ਉੱਤੇ ਇਸ ਨੌਜਵਾਨ ਦੇ ਉੱਤੇ ਉਹਨਾਂ ਨੇ 295 ਦਾ ਪਰਚਾ ਦਰਜ ਕਰਵਾਤਾ। ਜਿਹੜੀ ਉਹਦੀ ਨੌਜਵਾਨ ਦੀ ਬੇਲ ਹੈਗੀ ਆ ਥੱਲਿਓਂ ਵੀ ਰਿਜੈਕਟ ਕਰਵਾਈ, ਫਿਰ ਇੱਥੇ ਆ ਕੇ ਵੱਡੇ ਵੱਡੇ ਵਕੀਲ ਖੜੇ ਕਰਦੇ ਆ ਕਿ ਅਸੀਂ ਆਪਣੇ ਧਰਮ ਦੇ ਬੱਚਿਆਂ ਨੂੰ ਧੱਕੇ ਮਾਰ ਕੇ ਜੇਲ੍ਹਾਂ ਵਿੱਚ ਭੇਜ ਰਹੇ ਹਾਂ ਜਵਾਬ ਦੇਣ ਦੀ ਬਜਾਏ। ਇਹ ਗੱਲ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈਗੀ। ਅਕਾਲੀ ਦਲ ਦਾ ਜਿਹੜਾ ਸਰਕਾਰ ਸੀਗੀ ਔਰ ਉਦੋਂ ਇਹ ਹੋਇਆ ਸੀਗਾ, ਬਹੁਤ ਜ਼ਿਆਦਾ ਉਹਦੇ ਵਿੱਚ ਢਾਹਪਨ ਵੀ ਹੋਈ ਹੈ, ਖਾਸ ਕਰਕੇ ਅਕਾਲੀ ਦਲ ਦੀ ਸਿਆਸੀ ਤੌਰ ਤੇ ਉਹਨਾਂ ਨੂੰ ਕਾਫੀ ਨਿਗਾਰ ਵੀ ਦੇਖਣਾ ਪਿਆ ਤੇ ਇੱਕ ਜੱਦੋਜਹਿਦ ਵੀ ਰਹੀ ਹੈ। ਵੱਡੀਆਂ ਮੱਛੀਆਂ ਨੂੰ ਬਚਾਉਣ ਵਾਸਤੇ ਛੋਟਿਆਂ ਪੂੰਗਾਂ ਦੀ ਬਲੀ ਦਿੱਤੀ ਜਾਂਦੀ ਹੈ, ਉਹ ਫਿਰ ਸਾਰਾ ਇਹ ਰੌਲਾ ਮੇਨ ਰੌਲੇ ਦਾ ਕਾਰਨ ਬਣਦਾ। ਇਸ ਕਰਕੇ ਇੱਕ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦਾ ਸਦਕਾ ਹੀ ਇਹ ਸਾਰਾ ਕੁਝ ਹੋ ਰਿਹਾ। ਸਿੱਖਾਂ ਦਾ ਕਿੱਥੇ ਹੈਗਾ ਜੀ SGPC ਵਾਲਾ, ਕਿੱਥੇ ਹੈਗਾ ਜੀ? ਉੱਥੇ ਜਿਹੜਾ ਗੁਰੂ ਰਾਮਦਾਸ ਹਸਪੀਟਲ ਹੈਗਾ, ਉਹਦੀਆਂ ਆਏ ਦਿਨ ਨਿੱਤ ਨਵੀਂ ਤੋਂ ਨਵੀਂ ਗੱਲ ਉੱਤੇ ਆਉਂਦੀ। ਅਸਾਈਅਤ ਦੀ ਅਸੀਂ ਗੱਲ ਕਰਦੇ ਹਾਂ, ਅਗਲੇ ਪ੍ਰਚਾਰ ਕਰਦੇ ਵੱਧ ਰਹੇ ਆ ਨਾ, ਅਸੀਂ ਕਿੱਥੇ ਆ? ਅਸੀਂ ਆਪਣੇ ਅੰਦਰ ਦੇਖੇ SGPC ਸਾਡੀ ਕਿੱਥੇ ਹੈਗੀ ਆ, ਕਿੰਨੇ ਸਕੂਲ ਖੋਲ੍ਹੇ ਆ ਜੀ, ਬਲਾਕ ਲੈਵਲ ਤੇ ਕਿੰਨੇ ਆ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਹੈ। ਸਤਕਾਰ ਕਮੇਟੀ ਦੇ ਜਿਹੜੇ ਮੈਂਬਰਾਨ ਨੇ, ਅਹੁਦੇਦਾਰ ਨੇ, ਉਹਨਾਂ ਨੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈ। ਸੁਰਜੀਤ ਸਿੰਘ ਖੋਸਾ ਜਿਹੜੇ ਸਾਡੇ ਨਾਲ ਨੇ, ਸਿੱਖ ਮਸਲਿਆਂ ਦੇ ਲਈ ਜੱਦੋਜਹਿਦ ਕਰ ਰਹੇ ਨੇ, ਲੰਮੇ ਸਮੇਂ ਤੋਂ ਕਰ ਰਹੇ ਨੇ, ਉਹਨਾਂ ਦੇ ਕਈ ਵਾਰੀ ਰੂਬਰੂ ਹੋਏ ਨੇ, ਅੱਜ ਫਿਰ ਉਹ ਪ੍ਰੈਸ ਦੇ ਸਾਹਮਣੇ ਅੱਜ ਰੂਬਰੂ ਹੋਏ ਨੇ। ਗੱਲਬਾਤ ਕਰਦੇ ਹਾਂ। ਖੋਸਾ ਜੀ, ਜਿਹੜਾ ਅੱਜ ਮਸਲਾ ਤੁਸੀਂ ਲੈ ਕੇ ਆਏ, ਪਹਿਲੇ ਤਾਂ ਥੋੜ੍ਹਾ ਜਿਹਾ ਮੈਂ ਉਸ ਬਾਰੇ ਗੱਲਬਾਤ ਜ਼ਰੂਰ ਕਰਨਾ ਚਾਹਾਂਗੀ। ਹੈ ਤਾਂ ਉਹ ਕਿਉਂਕਿ ਥੋੜ੍ਹਾ ਮੀਡੀਆ ਰਿਲੇਟਿਡ ਹੈ, ਬਟ ਉਹਨੂੰ ਮੋਟੇ ਤੌਰ 'ਤੇ ਤੁਸੀਂ ਬਰੀਫ ਦੇ ਵਿੱਚ ਸਾਨੂੰ ਇੱਕ ਵਾਰੀ ਜ਼ਰੂਰ ਜਾਣੂ ਕਰਵਾ ਦਿਓ। ਦੇਖੋ ਜੀ, ਧੰਨਵਾਦ ਤੁਹਾਡਾ। ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੀ, ਕਿਉਂਕਿ ਚੰਡੀਗੜ੍ਹ ਪ੍ਰੈਸ ਕੋਲ ਜਦੋਂ ਵੀ ਆਏ ਨਿਰਾਸ਼ ਨਹੀਂ ਕਦੇ ਕਰਦੇ ਤੁਸੀਂ, ਬਹੁਤ ਸੋਹਣੀ ਉਹ ਤੁਸੀਂ ਸਾਨੂੰ ਕਵਰ ਕਰਦੇ ਹੋ, ਧੰਨਵਾਦ। ਇਹਦੇ ਵਿੱਚ ਇਹ ਹੈ ਜੀ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਨਿਜ਼ਾਮ ਆ, ਲੰਮੇ ਸਮੇਂ ਤੋਂ ਉਹਦੇ ਵਿੱਚ ਬੇਨਿਜ਼ਮੀਆਂ ਹੋ ਰਹੀਆਂ। ਇਹ ਨਹੀਂ ਕਿ ਸਾਰੇ, ਬਹੁਤ ਜ਼ਿਆਦਾ ਠੀਕ ਵੀ ਨੇ ਤੇ ਬਹੁਤ ਜ਼ਿਆਦਾ ਖਰਾਬ ਵੀ ਨੇ। ਹੁਣ ਜਿਹੜੀ ਤੁਹਾਡੀ ਜਮਾਤ ਵਿੱਚੋਂ ਨੌਜਵਾਨ ਪ੍ਰੀਤ ਸਿੰਘ ਸੈਣੀ ਹੈਗਾ, ਇਹਨਾਂ ਨੇ ਕੋਈ 90 ਐਪੀਸੋਡ ਕੀਤੇ ਹੈਗੇ, ਜਿਹਦੇ ਵਿੱਚ 328 ਸਰੂਪਾਂ ਦੀ ਗੱਲ ਹੈ, ਸੋਨੇ ਦੇ ਕਲਸ਼ ਦੀ ਗੱਲ ਹੈ, ਜ਼ਮੀਨਾਂ ਦੇ ਕੱਪੜਿਆਂ ਦੀ ਗੱਲ ਹੈ, ਬੀਬੀਆਂ ਨਾਲ ਵਧੀਕੀਆਂ ਦੀ ਗੱਲ ਹੈ, ਹੋਰ ਅਨੇਕਾਂ, ਜਿਹੜੇ ਮੈਂ ਤੁਹਾਡੇ ਕੋਲ ਇੱਕ ਭੈਣ ਹੋਣ ਦੇ ਨਾਤੇ, ਵੱਡਾ ਛੋਟਾ ਵੀਰ ਹੋਣ ਦੇ ਨਾਤੇ ਮੈਂ ਕਹਿ ਨਹੀਂ ਸਕਦਾ। ਜੀ ਬਹੁਤ ਕੁਛ ਇਹ ਹੈਗਾ। ਜਦੋਂ ਉਹਨਾਂ ਕਾਲੀਆਂ ਭੇਡਾਂ ਦਾ ਕੱਚਾ ਚਿੱਠਾ ਪ੍ਰੀਤ ਸਿੰਘ ਸੈਣੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਚੈਨਲ ਰਾਹੀਂ ਉਜਾਗਰ ਕੀਤਾ ਜੀ, ਉਹ ਰੋਸ ਨਾ ਕੀਜੇ ਉੱਤਰ ਜੀ ਦੀਜੇ ਦੀ ਥਾਂ ਦੇ ਉੱਤੇ ਇਸ ਨੌਜਵਾਨ ਦੇ ਉੱਤੇ ਉਹਨਾਂ ਨੇ 295 ਦਾ ਪਰਚਾ ਦਰਜ ਕਰਵਾਤਾ ਜੀ। ਇੱਕ ਬੰਨੇ ਤਾਂ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੀ ਗੱਲ ਕਰਦੇ ਹਾਂ, ਸਿੱਖਾਂ ਨੂੰ ਇਕੱਠੇ ਹੋਣ ਦੀ ਗੱਲ ਕਰਦੇ ਹਾਂ, ਪਾਵਰ ਸਾਰੇ ਇਕੱਠੇ ਹੋਈਏ, ਇਕਜੁੱਟ ਹੋਈਏ। ਦੂਜੇ ਬੰਨੇ ਜੇ ਕੋਈ ਸਿੱਖ ਬੱਚਾ, ਸਿੱਖ ਨੌਜਵਾਨ ਗੱਲ ਕਰ ਰਿਹਾ ਕਿ ਮੇਰੇ ਧਰਮ ਵਿੱਚ ਆਹ ਕੁਝ ਹੋਇਆ, ਕਿਉਂਕਿ ਉਹ ਸਿੱਖ ਹੈ, ਮਾਂ ਪਿਓ ਵੀ ਉਹਦੇ ਸਿੱਖ ਨੇ, ਉਹ ਖੁਦ ਵੀ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਹੈ। ਪਰ ਜੇ ਕੋਈ ਬੱਚਾ ਗੱਲ ਕਰਦਾ, ਉਹਦੇ ਨਾਲ ਪਿਆਰ ਨਾਲ ਟਰੀਟ ਕਰਨ ਦੀ ਬਜਾਏ ਉਹ 'ਤੇ 295 ਫਿਰ ਉਹਨਾਂ ਦੀ ਜਿਹੜੀ ਉਹਦੀ ਨੌਜਵਾਨ ਦੀ ਬੇਲ ਹੈਗੀ ਆ ਥੱਲਿਓਂ ਵੀ ਰਿਜੈਕਟ ਕਰਵਾਈ, ਫਿਰ ਇੱਥੇ ਆ ਕੇ ਵੱਡੇ ਵੱਡੇ ਵਕੀਲ ਖੜੇ ਕਰਦੇ ਆ। ਫਿਰ ਦੂਜੇ ਬੰਨੇ ਸਰਕਾਰ ਦੀ ਗੱਲ ਆ, ਸਰਕਾਰ ਕਹਿੰਦੀ ਹੈ ਕਿ ਇੱਥੇ ਇੱਕ ਪਰਿਵਾਰ ਦਾ ਕਬਜ਼ਾ ਹੋਇਆ, ਇਹ ਜਿਹੜੇ ਸਾਰਿਆਂ ਨੂੰ ਹੱਕ ਹੋਇਆ ਦਰਬਾਰ ਸਾਹਿਬ ਦਾ ਇੱਥੇ ਗੁਰਬਾਣੀ ਪ੍ਰਸਾਰਨ ਕਰਨ ਦਾ। ਅੱਜ ਸਰਕਾਰ ਦਾ ਪੱਖ ਜਿਹੜਾ ਉਹ ਵੀ ਸ਼੍ਰੋਮਣੀ ਕਮੇਟੀ ਦੇ ਹੱਕ 'ਚ ਭੁਗਤਦਾ। ਪਹਿਲਾਂ ਤਾਂ ਪਰਚਾ ਸਰਕਾਰ ਤੋਂ ਬਿਨਾਂ ਕਿਵੇਂ ਹੋ ਗਿਆ, ਫਿਰ ਹੁਣ ਜਦੋਂ ਇੱਥੇ ਤੇ ਸਰਕਾਰ ਪੱਖ ਰੱਖ ਰਹੀ ਹੈ ਕਿ ਜਿਹੜਾ ਜੀ ਇਹਨੂੰ ਜੇਲ੍ਹ ਭੇਜਣਾ ਜ਼ਰੂਰੀ ਹੈਗਾ, ਇਹਨੂੰ ਕਸਟਡੀ 'ਚ ਲੈਣਾ ਜ਼ਰੂਰੀ ਹੈਗਾ, ਜਦ ਕਿ ਉਹ ਨੌਜਵਾਨ ਤੁਹਾਡੇ ਪ੍ਰੈਸ ਦੇ ਸਾਹਮਣੇ ਲੰਮਾ ਚਿੱਠਾ ਇਹਦਾ ਲੈ ਕੇ ਆਇਆ ਹੈਗਾ, ਇੱਥੇ ਸਬੂਤ ਹੈਗੇ ਆ। ਅਸੀਂ ਵੀ ਸਾਰੇ ਉਹਦੇ ਨਾਲ ਤਾਂ ਹੀ ਖੜੇ ਹੋਏ ਹਾਂ ਕਿ ਭਾਈ ਜੇ ਕਿਸੇ ਨੇ ਸੱਚ ਬੋਲਿਆ ਹੈਗਾ
ਤੇ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ। ਸਾਡੀ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਗਵਰਨਮੈਂਟ ਨੂੰ ਵੀ ਅਪੀਲ ਆ ਕਿ ਇੱਕ ਨੌਜਵਾਨ ਦੇ ਨਾਲ ਧੱਕਾ ਹੋ ਰਿਹਾ, ਉਹਦੀ ਸਹੀ ਇਨਵੈਸਟੀਗੇਸ਼ਨ ਕਰੋ। ਤੇ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਹੈ ਕਿ ਉਹ ਕੋਈ ਦੂਜੇ ਧਰਮ ਚੋਂ ਨਹੀਂ ਆਇਆ, ਕੋਈ ਦੂਜੇ ਪ੍ਰਦੇਸ਼ ਚੋਂ ਨਹੀਂ ਆਇਆ, ਕੋਈ ਦੂਜੇ ਦੇਸ਼ ਚੋਂ ਨਹੀਂ ਆਇਆ, ਉਹ ਵੀ ਤੁਹਾਡੇ ਇੱਥੇ ਪੰਜਾਬ ਦਾ ਰਹਿਣ ਵਾਲਾ। ਤੁਸੀਂ ਕਮ ਸੇ ਕਮ ਉਹਦੀ ਗੱਲ ਨੂੰ ਸੁਣੋ। ਜੀ ਕੋਸਾ ਜੀ, ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ, ਕਈ ਵਾਰੀ ਜਿਹੜੀ ਆ ਉਹ ਘੇਰਾਬੰਦੀ ਉਹਦੀ ਕੀਤੀ ਗਈ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ, ਜਿਹੜੀ ਖਾਸ ਕਰਕੇ ਬਾਹਰ ਜਥੇਬੰਦੀਆਂ ਜਦੋਜਹਿਦਕਾਰੀਆਂ ਨੇ, ਸਿੱਖ ਜਥੇਬੰਦੀਆਂ ਕਈ, ਔਰ ਕਈ ਸਵਾਲ ਵੀ ਬਾਰ-ਬਾਰ ਇਸ ਤੋਂ ਉੱਠਦੇ ਰਹੇ ਨੇ ਤੇ ਉਹ ਕਿਤੇ ਨਾ ਕਿਤੇ ਸਿਆਸੀ ਜਿਹੜਾ ਉਹਨਾਂ ਤੇ ਪ੍ਰਭਾਵ ਹੈਗਾ ਉਸ ਨੂੰ ਵੀ ਬਾਰ-ਬਾਰ ਕਿਹਾ ਜਾਂਦਾ ਰਿਹਾ ਹੈ। ਤੇ ਹੁਣ ਜੇ ਗੱਲ ਕਰੀਏ ਤਾਂ ਇਸ ਤਰੀਕੇ ਦੇ ਨਾਲ ਜਿੱਥੇ ਤੱਕ ਸਰੂਪਾਂ ਦੀ ਗੱਲ ਕਰ ਲਈਏ, ਉਹ ਵੀ ਮਸਲੇ ਉੱਥੇ ਖੜੇ ਨੇ, ਬੇਅਦਬੀ ਵਾਲਾ ਮਸਲਾ ਉੱਥੇ ਖੜਾ ਹੈ। ਫਿਰ ਸ਼੍ਰੋਮਣੀ ਕਮੇਟੀ ਦੇ ਆਪਣੇ ਇਲੈਕਸ਼ਨ ਜਿਹੜਾ ਹੈਗਾ ਉਹ ਬਹੁਤ ਵੱਡਾ ਮਸਲਾ ਹੈਗਾ, ਉਹਦੇ ਲਈ ਕਈ ਜਥੇਬੰਦੀਆਂ ਜਿਹੜੀਆਂ ਉਹ ਗੱਲਬਾਤ ਕਰ ਰਹੀਆਂ, ਪੋਲੀਟੀਕਲ ਪਾਰਟੀਆਂ ਵੀ ਆਪਣੇ ਤਰੀਕੇ ਦੇ ਨਾਲ ਉਸ ਨੂੰ ਲੈ ਕੇ ਗੱਲਬਾਤ ਕਰਦੀਆਂ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਰੀ ਚੀਜ਼ਾਂ ਨੂੰ ਲੈ ਕੇ? ਦੇਖੋ ਜੀ, ਉਹ ਨੋ ਡਾਊਟ ਕਿ ਇੱਕ ਪਰਿਵਾਰ ਦੇ ਕਬਜ਼ੇ ਦੇ ਥੱਲੇ ਹੈਗੀ ਗੱਲ, ਤੇ ਜਦੋਂ ਕੋਈ ਪਰਿਵਾਰ ਆ ਉਹ ਫਿਰ ਤਾਨਾਸ਼ਾਹ ਬਣ ਜਾਂਦੀ ਗੱਲ। ਇਹ ਸਿੱਖਾਂ ਦੀ ਇਲੈਕਟਡ ਬੋਡੀ ਹੈਗੀ ਆ, ਇਹਦੇ ਚੋਣਾਂ ਹੋਣੀਆਂ ਬਹੁਤ ਜ਼ਰੂਰੀ ਹੈਗੀ। ਚੋਣਾਂ ਹੋਣ, ਨਵੇਂ ਗੁਰਸਿੱਖ ਉੱਥੇ ਜਾਣ, ਉਹਦਾ ਪ੍ਰਬੰਧ ਸੰਭਾਲਣ ਤੇ ਬਹੁਤ ਕੁਝ ਠੀਕ ਹੋ ਸਕਦਾ। ਪਰ ਜਿਹੜੇ ਤਰੀਕੇ ਦੇ ਨਾਲ ਅੱਜ ਸ਼੍ਰੋਮਣੀ ਕਮੇਟੀ ਚੱਲ ਰਹੀ ਆ, ਇੱਕ ਬੰਨੇ ਤੇ ਰੌਲਾ ਪਈ ਰਿਹਾ ਈਸਾਈਅਤ ਦਾ ਬੜਾਵਾ ਬੋਲਬਾਲਾ ਹੋ ਗਿਆ ਜੀ, ਇੱਕ ਬੰਨੇ ਜਦੋਂ ਸਾਡੇ ਹੀ ਬੱਚੇ ਕੁਝ ਬੋਲ ਰਹੇ ਆ, ਸਾਡੇ ਹੀ ਬੱਚੇ ਸਵਾਲ ਕਰ ਰਹੇ ਆ, ਤੇ ਸਵਾਲ ਕਰਨਾ, ਸਵਾਦ ਕਰਨਾ, ਸੰਵਾਦ ਕਰਨਾ ਤੇ ਗੁਰੂ ਨਾਨਕ ਸਾਹਿਬ ਦੇ ਧਰਮ ਦਾ ਪਹਿਲਾ ਮੁੱਢਲਾ ਅਸੂਲ ਆ। ਤੇ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਧੱਕੇ ਮਾਰੋਗੇ, ਉਹਦੇ 295 ਕਰੋਗੇ, ਤੇ ਫਿਰ ਉਹ ਕੀ ਹੋਊਗਾ ਜੀ? ਉਹਦਾ ਅਗਲਾ ਪਾਸਾ ਕੀ ਹੋਊਗਾ? ਕਿ ਅਸੀਂ ਆਪਣੇ ਧਰਮ ਦੇ ਬੱਚਿਆਂ ਨੂੰ ਧੱਕੇ ਮਾਰ ਕੇ ਜੇਲ੍ਹਾਂ ਵਿੱਚ ਭੇਜ ਰਹੇ ਹਾਂ ਜਵਾਬ ਦੇਣ ਦੀ ਬਜਾਏ। ਇਹ ਗੱਲ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈਗੀ, ਕਿਸੇ ਦੇ ਵੀ ਗਲੇ ਤੋਂ ਨਹੀਂ ਉਤਰਦੀ ਹੈਗੀ। ਤੋ ਇਹ ਇੱਕ ਪਰਿਵਾਰ ਨੂੰ ਖੁਸ਼ ਕਰਨ ਦੀਆਂ ਜਿਹੜੀਆਂ ਸਾਰੀਆਂ ਇਹ ਹਰਕਤਾਂ ਹੈਗੀਆਂ। ਜਿੱਥੋਂ ਤੱਕ ਗੱਲ ਕੀਤੀ ਜਾਵੇ ਬੇਅਦਬੀਆਂ ਦੇ ਮਾਮਲੇ, ਖਾਸ ਕਰਕੇ ਉਦੋਂ ਅਕਾਲੀ ਦਲ ਦਾ ਜਿਹੜਾ ਸਰਕਾਰ ਸੀਗੀ ਔਰ ਉਦੋਂ ਇਹ ਹੋਇਆ ਸੀਗਾ, ਬਹੁਤ ਜ਼ਿਆਦਾ ਉਹਦੇ ਵਿੱਚ ਢਾਹਪਨ ਵੀ ਹੋਈ ਹੈ, ਖਾਸ ਕਰਕੇ ਅਕਾਲੀ ਦਲ ਦੀ ਸਿਆਸੀ ਤੌਰ ਤੇ ਉਹਨਾਂ ਨੂੰ ਕਾਫੀ ਨਿਘਾਰ ਵੀ ਦੇਖਣਾ ਪਿਆ ਤੇ ਇੱਕ ਜਦੋਜਹਿਦ ਵੀ ਰਹੀ ਹੈ। ਪਰ ਜਿਹੜੀਆਂ ਕਮੇਟੀਆਂ, ਜਿਵੇਂ ਤੁਸੀਂ ਵੀ ਉੱਥੇ ਬੈਠੇ ਸੀਗੇ, ਸਾਰੇ ਦੇ ਆਵਾਜ਼ ਬੁਲੰਦ ਕੀਤੀ ਸੀ, ਖਾਸ ਕਰਕੇ ਜਦੋਂ ਸਰੂਪਾਂ ਦੀ ਬੇਅਦਬੀ ਦੀ ਗੱਲ ਹੋਈ ਹੈ, ਹੋਰ ਸਾਰਾ ਕੁਝ ਹੋਇਆ ਕੋਟਕਪੂਰਾ, ਔਰ ਉਹਨੂੰ ਕੋਈ ਭੁੱਲਿਆ ਨਹੀਂ ਹਜੇ ਤੱਕ, ਨਾ ਹੀ ਉਹਦਾ ਇਨਸਾਫ ਹਜੇ ਮਿਲਿਆ। ਪਰ ਬਾਵਜੂਦ ਉਸ ਦੇ ਜੇ ਦੇਖਿਆ ਜਾਵੇ ਤਾਂ ਕਿੰਨੀ ਕੁ ਲੰਮੀ ਲੜਾਈ ਤੁਹਾਨੂੰ ਲੱਗਦੀ ਹੈ? ਕਿਉਂਕਿ ਤੁਸੀਂ ਇਹਦੇ ਵਿੱਚ ਖੁਦ ਭੁਗਤ ਭੋਗੀ ਵੀ ਹੋਏ ਹੋ, ਹੱਡ ਹੰਡਾਈ ਕਹਾਣੀ ਹੈ ਤੁਹਾਡੀ। ਦੇਖੋ ਜੀ, ਕੁਝ ਗੱਲਾਂ ਤਾਂ ਸਰਕਾਰ ਦੇ ਪਾਵਲੇ 'ਚ ਚਲ ਗਈਆਂ, ਜਿੱਦਾਂ ਕੋਟਕਪੂਰਾ ਕਾਂਡ ਹੋ ਗਿਆ, ਬਰਗਾੜੀ ਕਾਂਡ ਹੋ ਗਿਆ, ਬਾਈਬਲ ਕਾਂਡ ਹੋ ਗਿਆ। ਉਹ ਤਾਂ ਇਨਵੈਸਟੀਗੇਸ਼ਨ ਹੋ ਗਈ, ਲੰਮਾ ਚੱਲ ਰਿਹਾ। ਉਹਦੇ ਵਿੱਚ ਵੀ ਉਹਨੂੰ ਤਰ੍ਹਾਂ ਦੀ ਹੁਣ ਭੰਨ ਘੜਨ ਦੀ ਕੋਸ਼ਿਸ਼ ਕੀਤੀ, ਨਵੇਂ ਤੋਂ ਨਵਾਂ ਰੋਜ਼ ਦੀ ਰੋਜ਼ ਗੱਲ ਕਰ ਰਹੇ ਆ। ਉਹ ਮਤਲਬ ਜਦੋਂ ਸਾਡੇ ਸਿਆਸੀ ਹਕਾਮਾਂ ਦੇ ਗਲ ਵਿੱਚ ਕਾਨੂੰਨ ਦਾ ਰੱਸਾ ਟਾਈਟ ਹੁੰਦਾ ਆ, ਤੇ ਉਦੋਂ ਅਸੀਂ ਇਹੋ ਜਿਹੀਆਂ ਹਰਕਤਾਂ, ਕੁਝ ਲੋਕ ਜਿਹੜੇ ਉਹਨਾਂ ਦੇ ਪਿਆਦੇ ਉਹ ਕਰਦੇ ਆ, ਸੁਭਾਵਿਕ ਆ, ਉਹਨਾਂ ਨੇ ਕਰਨਾ ਹੁੰਦਾ। ਪਰ ਕੁਝ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਆਉਂਦੀਆਂ ਗੱਲਾਂ ਨੇ, ਜਿਹਦੇ ਵਿੱਚ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਹੈਗੇ ਆ, ਜ਼ਮੀਨਾਂ ਦੇ ਉੱਤੇ ਕਬਜ਼ਿਆਂ ਦੀ ਗੱਲ ਹੈਗੀ, ਸੋਨੇ ਦੇ ਕਲਸਾਂ ਦੀ ਗੱਲ ਹੈਗੀ ਆ, ਉੱਤੇ ਹੋਰ ਬੇਨਜ਼ਮੀਆਂ ਧਾਂਦਲੀਆਂ ਦੀ ਗੱਲ ਹੈਗੀ, ਲੰਗਰ ਦੀ ਝੂਠ ਦੀਆਂ ਸੁੱਕੀਆਂ ਰੋਟੀਆਂ ਦੀ ਗੱਲ ਹੈਗੀ ਆ। ਇਹ ਗੱਲਾਂ ਨੂੰ ਜਦੋਂ ਆਪਾਂ ਜਿਹੜੇ ਲੋਕਾਂ ਨੇ ਇਹ ਕੀਤਾ, ਉਹਨਾਂ ਤੇ IPC ਦੀਆਂ ਧਾਰਾਂ ਤਹਿਤ ਪਰਚਾ ਦਰਜ ਕਿਉਂ ਨਹੀਂ ਕਰਾਉਂਦੇ? ਉਹਨੂੰ ਸਾਰੇ ਨੂੰ ਨੰਗਾ ਨਹੀਂ ਕਿਉਂ ਨਹੀਂ ਕਰਦੇ? ਜੇ ਕੋਈ ਵੱਡਾ ਬੰਦਾ ਇਹਦੇ ਵਿੱਚ ਆਉਂਦਾ ਤੇ ਉਹਨੂੰ ਸਾਹਮਣੇ ਕਿਉਂ ਨਹੀਂ ਲੈ ਕੇ ਆਉਂਦੇ? ਜਿਹੜਾ ਹੈ ਕਈ ਵਾਰ ਵੱਡੀਆਂ ਮੱਛੀਆਂ ਨੂੰ ਬਚਾਉਣ ਵਾਸਤੇ ਛੋਟਿਆਂ ਪੂੰਗਾਂ ਦੀ ਬਲੀ ਦਿੱਤੀ ਜਾਂਦੀ ਹੈ। ਉਹ ਫਿਰ ਸਾਰਾ ਇਹ ਰੌਲਾ ਮੇਨ ਰੌਲੇ ਦਾ ਕਾਰਨ ਬਣਦਾ। ਇਸ ਕਰਕੇ ਇੱਕ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦਾ ਸਦਕਾ ਹੀ ਇਹ ਸਾਰਾ ਕੁਝ ਹੋ ਰਿਹਾ। ਜੇ ਮੋਟੀ ਗੱਲ ਕਰੀਏ, ਆਮ ਤੌਰ ਤੇ ਜੋ ਸਰਕਾਰਾਂ ਦੇ ਵਿੱਚ ਜਾਂ ਪੋਲੀਟੀਕਲ ਗੱਲਾਂ ਆਪਾਂ ਕਰਦੇ ਹਾਂ, ਤੇ ਉਹਦੇ ਵਿੱਚ ਕਹਿੰਦੇ ਆ ਕਿ ਕਿਸੇ ਵੀ ਦੇਸ਼ ਨੂੰ, ਕਿਸੇ ਵੀ ਕੌਮ ਨੂੰ ਜੇ ਤੁਸੀਂ ਪ੍ਰਫੁੱਲਿਤ ਕਰਨਾ, ਉਹਨੂੰ ਵਿਕਾਸ ਵੱਲ ਲੈ ਕੇ ਜਾਣਾ ਹੈ, ਤੇ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਮੁੱਢਲੀ ਤੌਰ ਤੇ ਜ਼ਰੂਰਤ ਹੈ। ਬੇਸਿਕਲੀ ਤਾਂ ਬੇਰੋਜ਼ਗਾਰੀ ਨੂੰ ਮਿਟਾਉਣ ਦੀ ਲੋੜ ਹੈ, ਉਹ ਬਹੁਤ ਵੱਡਾ ਵਿਸ਼ਾ ਹੁਣ ਇਸ ਟਾਈਮ ਹੋ ਗਿਆ। ਪਰ ਜਿੱਥੋਂ ਤੱਕ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਜੇ ਗੱਲ ਕੀਤੀ ਜਾਵੇ ਸਿੱਖਿਆ ਦੀ, ਇਹਨਾਂ ਦੋ ਚੀਜ਼ਾਂ ਦੀ ਤਾਂ ਮੁੱਢਲੀ ਤੌਰ ਤੇ ਜ਼ਰੂਰਤ ਹੁੰਦੀ ਹੈ। ਜੇ ਦੋ ਚੀਜ਼ਾਂ ਕਿਸੇ ਵੀ ਕੌਮ, ਕਿਸੇ ਵੀ ਸੂਬੇ ਨੂੰ ਜਾਂ ਦੇਸ਼ ਨੂੰ ਦੇ ਦਿੱਤੀਆਂ ਜਾਣ, ਖਾਸ ਕਰਕੇ ਸਰਕਾਰਾਂ ਵੱਲੋਂ, ਤੇ ਉਹ ਬਹੁਤ ਕੁਝ ਕਰ ਸਕਦੀਆਂ। ਉਸੇ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਤਾਂ ਸਿੱਖ ਧਰਮ ਦੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਹੈ, ਉਹਦੇ ਕੋਲ ਬਹੁਤ ਪੈਸਾ ਹੈਗਾ। ਖਾਲਸਾ ਦੀ ਜਿਹੜੀਆਂ ਹੈਗੀਆਂ ਸਕੂਲ ਨੇ, ਕਾਲਜਿਸ ਨੇ, ਉਹ ਚਲਾਏ ਗਏ, ਪਰ ਉਸ ਤਰੀਕੇ ਦੇ ਨਾਲ ਉਹ ਨਹੀਂ ਚੱਲ ਰਹੇ। ਸਿੱਖਿਆ ਨੂੰ ਲੈ ਕੇ
ਖਾਸ ਕਰਕੇ ਕਿਉਂਕਿ ਜੇ ਦੇਖਿਆ ਜਾਏ ਦੂਜੀਆਂ ਜਥੇਬੰਦੀਆਂ ਤਾਂ ਲੰਗਰ ਲਾਉਂਦੀਆਂ ਰਹਿੰਦੀਆਂ, ਕਦੀ ਅੱਖਾਂ ਦੇ ਲੰਗਰ ਲਾਤੇ, ਕਦੀ ਖੂਨਦਾਨ ਦੇ ਲੰਗਰ ਲਾਤੇ, ਹੋਰ ਬਹੁਤ ਸਾਰੇ ਲੰਗਰ ਲੱਗਦੇ ਰਹਿੰਦੇ ਆ। ਪਰ ਜਿੱਥੋਂ ਤੱਕ ਗੱਲ ਕੀਤੀ ਜਾਵੇ ਸਿੱਖਿਆ ਤੇ ਉਹਦੇ ਲਈ ਬਹੁਤ ਕੁਝ ਕਰ ਸਕਦੀਆਂ, ਉਹਦੇ ਲਈ ਕੁਝ ਉਸ ਹਿਸਾਬ ਦੇ ਨਾਲ ਹੋ ਨਹੀਂ ਰਿਹਾ ਜਿਸ ਹਿਸਾਬ ਦੇ ਨਾਲ ਗੋਲਕ ਵੀ ਹੈਗੀ ਹੈ। ਐਸੀ ਗੱਲ ਨਹੀਂ ਕਿ ਪੈਸੇ ਨਹੀਂ ਹੈਗੇ, ਸਭ ਕੁਝ ਹੈਗਾ। ਦੇਖੋ ਜੀ, ਕਈ ਵਾਰ ਤੁਹਾਡੀ ਜੇਬ ਵਿੱਚ ਪੈਸਾ ਹੁੰਦਾ ਪਰ ਤੁਹਾਡੀ ਨੀਅਤ ਨਹੀਂ ਸਾਫ਼ ਹੁੰਦੀ। ਇੱਥੇ ਸ਼੍ਰੋਮਣੀ ਕਮੇਟੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ, ਨੀਅਤ ਨਹੀਂ ਠੀਕ ਹੈਗੀ, ਕਰਨ ਦੀ ਨੀਅਤ ਨਹੀਂ ਹੈ। ਬਿਆਸ ਇੱਕ ਵੱਖਰਾ ਸੰਸਥਾ ਹੈਗੀ, ਵੱਖਰਾ ਧਰਮ ਹੈਗਾ, ਉਹਦਾ ਕੋਲ ਬਹੁਤ ਵੱਡਾ ਹਸਪੀਟਲ ਆ, ਲੋਕ ਜਾਂਦੇ ਨੇ। ਅੱਜ ਕਈ ਮੈਨੂੰ ਇਹ ਗੱਲ ਤੇ ਕਹਿਣਗੇ ਕਿ ਇਹ ਕੀ ਕਹਿ ਰਿਹਾ, ਪਰ ਜਿਹੜਾ ਸੱਚ ਆ ਉਹਨੂੰ ਕਹਿਣਾ ਪਊਗਾ। ਸਿੱਖਾਂ ਦਾ ਕਿੱਥੇ ਹੈਗਾ ਜੀ SGPC ਵਾਲਾ, ਕਿੱਥੇ ਹੈਗਾ ਜੀ? ਉੱਥੇ ਜਿਹੜਾ ਗੁਰੂ ਰਾਮਦਾਸ ਹਸਪੀਟਲ ਹੈਗਾ, ਉਹਦੀਆਂ ਆਏ ਦਿਨ ਨਿਤ ਨਵੀਂ ਤੋਂ ਨਵੀਂ ਗੱਲ ਉੱਤੇ ਆਉਂਦੀ ਹੈ ਜੀ। ਲੋਕ ਵਿਲਕਦੇ ਪਏ ਆ ਜੀ। ਅੱਜ ਅਸਾਈਅਤ ਦੀ ਅਸੀਂ ਗੱਲ ਕਰਦੇ ਹਾਂ, ਅਗਲੇ ਪ੍ਰਚਾਰ ਕਰਦੇ ਵੱਧ ਰਹੇ ਆ ਨਾ, ਅਸੀਂ ਕਿੱਥੇ ਆ? ਅਸੀਂ ਆਪਣੇ ਅੰਦਰ ਦੇਖੇ SGPC ਸਾਡੀ ਕਿੱਥੇ ਹੈਗੀ ਆ, ਕਿੰਨੇ ਸਕੂਲ ਖੋਲ੍ਹੇ ਆ ਜੀ, ਬਲਾਕ ਲੈਵਲ ਤੇ ਕਿੰਨੇ ਆ, ਤਹਿਸੀਲ ਲੈਵਲ ਤੇ ਕਿੰਨੇ ਆ, DC ਦਫ਼ਤਰ ਦੇ ਏਰੀਏ ਵਿੱਚ ਕਿੰਨੇ ਸਕੂਲ ਹੈਗੇ ਆ। ਫਿਰ ਉਦੋਂ ਅੱਗੇ ਵਿਧਾਨ ਸਭਾ ਹਲਕਾ ਆਉਂਦਾ, ਉੱਥੇ ਕਿੰਨੇ SGPC ਮੈਂਬਰ ਦੇ ਖੇਤਰ ਵਿੱਚ ਕੀ ਅਸੀਂ ਕੀਤਾ ਆ। ਜੇ ਅਸੀਂ ਕੁਝ ਕਰਨਾ ਹੁੰਦਾ, ਸਾਡਾ ਸਰਕਾਰ ਨਾਲੋਂ ਦੁੱਗਣਾ ਬਜਟ ਸੀ, ਪਰ ਅਸੀਂ ਕਰ ਹੀ ਨਹੀਂ ਪਾ ਰਹੇ। ਰੋਣਾ ਵੀ ਇਸੇ ਗੱਲ ਦਾ ਹੀ ਆ ਨਾ। ਜਿਹੜਾ ਕੋਈ ਬੋਲ ਰਿਹਾ, ਪ੍ਰੀਤ ਸਿੰਘ ਵਰਗਾ, ਤੁਹਾਡੇ ਵਰਗਾ, ਮੇਰੇ ਵਰਗਾ, ਉਹਨਾਂ ਦਾ ਕੱਲਿਆਂ ਦਾ ਗਲ ਇਸੇ ਕਰਕੇ ਕੁੱਟਿਆ ਜਾ ਰਿਹਾ ਕਿ ਇਹ ਬੋਲਣ ਨਾ, ਸੱਚ ਸੰਗਤ ਤੱਕ ਨਾ ਜਾਵੇ। ਹੁਣ 5-7 ਸਾਲ ਤੋਂ ਜਦੋਂ ਇਹ ਚੱਲੀ ਆ, ਗੱਲ ਆਈ ਹੈ, ਸਾਹਮਣੇ ਆਇਆ ਸੋਸ਼ਲ ਮੀਡੀਆ, 2000 ਮੇਰੇ ਖਿਆਲ 10 ਜਾਂ 12 ਤੋਂ ਬਾਅਦ ਇਹ ਸਾਰੀ ਗੱਲ ਚੱਲੀ ਆ। ਹੁਣ ਸਾਰਾ ਕੁਝ ਨੰਗਾ ਹੋ ਰਿਹਾ ਤੇ ਇਹਨਾਂ ਨੂੰ ਭਾਜੜਾਂ ਪਈਆਂ ਹੋਈਆਂ। ਜਿੰਨੀਆਂ SGPC ਦੇ ਜ਼ਮੀਨਾਂ ਹੈਗੀਆਂ ਗੁਰਦੁਆਰਾ ਸਾਹਿਬ ਦੇ, ਉਹਦੇ ਟਰਸਟ ਬਣ ਗਏ ਹੋਏ ਆ। ਉਹ ਟਰਸਟਾਂ ਦਾ ਮਾਲਕ ਅੱਗੇ ਜਾ ਕੇ ਉਹੀ ਬਾਦਲ ਪਿੰਡ ਵਾਲੇ ਬੰਦੇ ਹੈਗੇ ਆ। ਮਤਲਬ SGPC ਦੀ ਬਹੁਤ ਸਾਰੀ ਜ਼ਮੀਨ ਜਿਹੜੀ ਕੁਛ ਖੁਰਦ-ਬੁਰਦ ਕਰਤੀ ਆ, ਕੁਛ ਦੇ ਟਰਸਟ ਬਣਾ ਕੇ ਉਹਦੇ ਮਾਲਕ ਅੱਗੇ ਬਣ ਗਏ ਹੋਏ ਆ। ਤਾਂ ਇਸ ਕਰਕੇ ਜਿੰਨਾ ਚਿਰ ਇਹ ਨਿਜ਼ਾਮ ਨਹੀਂ ਬਦਲਦਾ, ਉਹਨਾਂ ਚਿਰ ਫਰੀडम ਮਿਲਣਾ ਨਾਮੁਮਕਿਨ ਹੈਗਾ। ਖੁਸਾ ਜੀ, ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਜਿੰਨੇ ਦੇਰ ਤੱਕ ਨਿਜ਼ਾਮ ਨਹੀਂ ਬਦਲਦਾ ਉਦੋਂ ਤੱਕ ਫਰੀडम ਮਿਲਣਾ ਜਿਹੜਾ ਜਾਂ ਕੰਮ ਹੋਣੇ ਜਿਹੜੇ ਉਹ ਔਖੇ ਨੇ, ਉਸੇ ਕੜੀ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਦੇਰ ਤੋਂ ਦਿੱਲੀ ਵਾਲੀ ਅਲੱਗ ਹੈਗੀ ਹੈ, ਹਰਿਆਣਾ ਵਾਲੀ ਹੁਣ ਫਿਰ ਮੁੜ ਕੇ ਬਣ ਰਹੀ ਹੈ, ਉਹਦੇ ਵੀ ਖੈਰ ਆਪਣੇ ਇੱਕ ਰੌਲੇ ਨੇ ਜਾਂ ਕਈ ਚੀਜ਼ਾਂ ਨੇ, ਪਰ ਨਾ ਕਰਦੇ ਕਮੇਟੀਆਂ ਅਲੱਗ ਹੋ ਰਹੀਆਂ ਨੇ। ਜਦ ਕਿ ਜੇ ਦੇਖਿਆ ਜਾਏ ਤਾਂ ਸਿਰਮੌਰ ਸੰਸਥਾ ਜਿਹੜੀ ਹੈ ਉਹ ਕਹੀ ਗਈ ਹੈ, ਜੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਂ ਸਿੱਖ ਧਰਮ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਅਕਾਲ ਤਖਤ ਦੀ ਗੱਲ ਪਿੱਛੇ ਨਹੀਂ ਹੋ ਸਕਦੀ, ਉਹ ਸਿਰਮੌਰ ਸੰਸਥਾ ਦੀ ਗੱਲ ਕੀਤੀ ਜਾਂਦੀ ਹੈ। ਜਾਂ ਫਿਰ ਜੇ ਹਰਿਮੰਦਰ ਸਾਹਿਬ ਦੀ ਗੱਲ ਕੀਤੀ ਜਾਏ ਜਾਂ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਏ, ਉਹ ਸਭ ਤੋਂ ਉੱਪਰ ਜਿਹੜਾ ਸਿੱਖਾਂ ਦੀ ਸੰਸਥਾ ਜਾਂ ਉਹ ਜਿਹੜਾ ਇੱਕ ਪਾਵਨ ਜਗ੍ਹਾ ਰੱਖੀ ਜਾਂਦੀ ਹੈ, ਉਸ ਨੂੰ ਲੈ ਕੇ ਸਾਰੇ ਜੇ ਦੁਨੀਆ ਭਰ ਦੇ ਗੁਰਦੁਆਰੇ ਨੇ, ਉਹਨਾਂ ਦੇ ਆਪਣੇ ਅਲੱਗ-ਅਲੱਗ ਰੌਲੇ ਗੋਲਕ ਦੇ ਪਿੱਛੇ ਜਾਂ ਇਹਨਾਂ ਜਿਹੜੀਆਂ ਉਮਤਾਈਆਂ ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਲੈ ਕੇ ਹੋ ਰਹੇ, ਤਾਂ ਫਿਰ ਸਿਰ ਜੋੜਨ ਦੀ ਗੱਲ ਜਿਹੜੀ ਹੋ ਰਹੀ ਸੀਗੀ ਉਹ ਖਿਲਰਦੀ ਨਹੀਂ ਜਾ ਰਹੀ ਕਿਤੇ। ਦੇਖੋ ਜੀ, ਜਦੋਂ ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਾਰਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਠੋ ਸਭਾ ਵਿਛਾਏ। ਇਹ ਇੱਥੇ ਸਭਾ ਵਿਛਾ ਕੇ ਬਹਿਣ ਦੀ ਗੱਲ ਸੀਗੀ, ਪਰ ਜਦੋਂ ਇਹ ਕਵਾਇਦ ਚੱਲ ਪਈ ਕਿ ਇੱਥੇ ਉੱਚੀ ਜਾਤੀ, ਨੀਵੀਂ ਜਾਤੀ, ਗੁਰੂ ਨਾਨਕ ਸਾਹਿਬ ਜਾਤੀਵਾਦ ਖਤਮ ਕਰਕੇ ਗਏ ਸੀ, ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਵਾ ਦਿੱਤੇ ਗਏ, ਵੰਡ ਦਿੱਤਾ ਗਿਆ। ਜਿਹੜੀ ਹਰਿਆਣਾ ਦੀ ਗੱਲ ਹੈਗੀ ਆ, ਹਰਿਆਣਾ ਵਿੱਚ ਵੀ ਉਸੇ ਹੀ ਪਰਿਵਾਰ ਦਾ ਖਾਸ ਬੰਦਾ ਜਿਹੜਾ ਹਾਰ ਵੀ ਜਾਂਦਾ ਹੈਗਾ, ਉਹਨੂੰ ਲੈ ਕੇ ਆਉਣਾ, ਉੱਥਾਂ ਦੇ ਸਿੱਖਾਂ 'ਚ ਰੋਸ ਹੋਣਾ, ਉਹਨਾਂ ਦਾ ਅੱਡ ਹੋਣਾ। ਕਾਰਨ ਤਾਂ ਪਿੱਛੇ ਹੋਰ ਆ। ਅਸੀਂ ਤਾਂ ਕਹਿੰਦੇ ਆ ਕਿ ਇੰਡੀਆ ਦਾ ਸਿੱਖ ਬੋਰਡ ਹੋਣਾ ਚਾਹੀਦਾ, ਗੁਰਦੁਆਰਾ ਸਿੱਖ ਬੋਰਡ, ਨਾ ਕਿ ਪੰਜਾਬ ਦੀ ਅੱਡ ਹੋਵੇ, ਹਰਿਆਣੇ ਦੀ ਅੱਡ ਹੋਵੇ, ਹਿਮਾਚਲ ਹੋਵੇ, ਕੱਲ੍ਹ ਨੂੰ ਰਾਜਸਥਾਨ ਵਾਲੇ ਕਹਿਣਗੇ ਸਾਡਾ ਅੱਡ ਹੋਵੇ, ਚੰਡੀਗੜ੍ਹ ਵਾਲੇ ਕਹਿਣਗੇ ਸਾਡਾ ਅੱਡ ਹੋਵੇ। ਸਾਰੇ ਹੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਠੇ ਹੋਣਾ ਸਾਡਾ ਫਰਜ਼ ਆ। ਪਰ ਹੁਣ ਅੱਜ ਦੀ ਡੇਟ ਵਿੱਚ ਜਿਹੜਾ ਸਾਡੀ ਮਹਾਨ ਸੰਸਥਾ ਵਾ ਅਕਾਲ ਤਖਤ ਸਾਹਿਬ, ਉਹਨਾਂ ਦੇ ਜਥੇਦਾਰਾਂ ਨੂੰ ਲਾਉਣਾ ਉਹ ਜਿਹੜਾ ਵਿਧੀ ਵਿਧਾਨ ਸਾਰਾ ਹੀ ਬਹੁਤ ਇੱਕ ਤਰ੍ਹਾਂ ਦਾ ਸ਼ੱਕ ਦੇ ਘੇਰੇ ਵਿੱਚ ਆ ਗਿਆ। ਉਹ ਵੀ ਇੱਕ ਪਰਿਵਾਰ ਦੀ ਸਾਰੀ ਗੱਲ ਬਣ ਕੇ ਰਹਿ ਗਈ ਹੈ। ਜਿੰਨਾ ਚਿਰ ਇਹ ਪਰਿਵਾਰ ਲਾਂਭੇ ਨਹੀਂ ਹੁੰਦਾ, ਉਹਨਾਂ ਚਿਰ ਸਿੱਖਾਂ ਦੇ ਮਸਲੇ ਸੁਲਝਣ ਦੀ ਬਜਾਏ ਉਲਝਣੇ ਹੈਗੇ ਆ।
ਖੋਸਾ ਜੀ, ਜਿੱਥੋਂ ਤੱਕ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਹੈ ਔਰ ਪ੍ਰਧਾਨਾਂ ਦੀ ਗੱਲ ਕੀਤੀ ਹੈ ਜਾਂ ਜਥੇਦਾਰ ਦੀ ਗੱਲ ਕੀਤੀ ਹੈ, ਉਹ ਹਮੇਸ਼ਾ ਲਿਫਾਫਿਆਂ ਦੀ ਗੱਲ ਜਿਹੜੀ ਉਹ ਆਉਂਦੀ ਰਹੀ ਹੈ, ਬਾਰ-ਬਾਰ ਉੱਠਦੀ ਰਹੀ ਹੈ ਔਰ ਉਹਨੂੰ ਤਸਦੀਕ ਵੀ ਕਰਦੇ ਰਹੇ ਨੇ ਵੀ ਹਾਂ ਇਸ ਤਰੀਕੇ ਨਾਲ ਹੀ ਹੁੰਦਾ ਹੈ। ਹੁਣ ਇਹ ਗੱਲ ਬੜੀ ਓਪਨ ਹੋ ਗਈ, ਖਾਸ ਕਰ ਗੱਲ ਕਰੀਏ ਤਾਂ ਪਹਿਲੇ ਹਰਪ੍ਰੀਤ ਸਿੰਘ, ਜਿਹੜੇ ਭਾਈ ਹਰਪ੍ਰੀਤ ਸਿੰਘ ਸੀਗੇ, ਉਹਨਾਂ ਨੂੰ ਵੀ ਜਦੋਂ ਲਾਹਿਆ ਗਿਆ ਤਾਂ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਸੀਗੀਆਂ। ਨਵੇਂ ਵਾਲੇ ਰਘੁਬੀਰ ਸਿੰਘ ਆਏ ਨੇ ਜਿਸ ਤਰੀਕੇ ਦੇ ਨਾਲ, ਔਰ ਸਾਰਾ ਦਾ ਸਾਰਾ ਜਿਹੜਾ ਹੁਣ ਤਾਮਝਾਮ ਹੈਗਾ, ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਡਿਵੈਲਪਮੈਂਟ ਹੋਣ ਦੀ ਬਜਾਏ, ਇਕੱਠ ਹੋਣ ਦੀ ਬਜਾਏ ਬਿਖਰਾ ਜਿਹੜਾ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ। ਦੇਖੋ ਜੀ, ਜਿਹੜਾ ਉੱਥੇ ਕੁਝ ਸਿਧਾਂਤ ਦੀ ਗੱਲ ਕਰੂਗਾ, ਅਸੂਲ ਦੀ ਗੱਲ ਕਰੂਗਾ, ਉਹਨੂੰ ਘਰ ਨੂੰ ਜਾਣਾ ਪਊਗਾ। ਲਿਆਉਂਦੇ ਹਾਥੀ ਤੇ ਬਿਠਾ ਕੇ ਆ, ਤੋਰਦੇ ਰਕਸ਼ੇ ਤੇ ਆ। ਹਰਪ੍ਰੀਤ ਸਿੰਘ ਹੁਣਾਂ ਵਿੱਚ ਥੋੜੀ ਕੁਝ ਉਹਨਾਂ ਕੋਲੋਂ ਜੋ ਕਰਵਾਉਣਾ ਚਾਹੁੰਦੇ ਹੋਣਗੇ, ਉਹ ਨਹੀਂ ਕੀਤਾ ਗਿਆ, ਉਹਨਾਂ ਦੀ ਗੱਲ ਨਹੀਂ ਮੰਨੀ, ਉਹਨਾਂ ਨੂੰ ਤੋਰ ਦਿੱਤਾ ਗਿਆ। ਇਹ ਜਿੰਨੇ ਦਿਨ ਰਘਬੀਰ ਸਿੰਘ ਹੁਣੀ ਉਹਨਾਂ ਦੇ ਰਬੜ ਸਟੈਂਪ ਬਣ ਕੇ ਵਿਚਰਨਗੇ, ਉਹਨਾਂ ਚਿਰ ਰਹਿਣਗੇ। ਜਿੱਦਣ ਇਹਨਾਂ ਨੇ ਮਨਾ ਕਰ ਦਿੱਤਾ, ਉਦਣ ਇਹ ਵੀ ਤੁਰ ਜਾਣਗੇ ਜੀ। ਜੀ, ਜਿੱਥੋਂ ਤੱਕ ਗੱਲ ਕਰੀਏ, ਬਾਹਰ ਵੀ ਜਿਹੜੇ ਸਿੱਖ ਬੈਠੇ ਹੋਏ ਨੇ ਉਹ ਬੜੇ ਚਿੰਤਿਤ ਰਹਿੰਦੇ ਆ ਹਮੇਸ਼ਾ, ਖਾਸ ਕਰਕੇ ਜੇ ਸਿੱਖ ਧਰਮ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਉਹਦੀ ਐਸਟੈਬਲਿਸ਼ਮੈਂਟ ਨੂੰ ਲੈ ਕੇ ਗੱਲ ਕੀਤੀ ਜਾਵੇ। ਔਰ ਦੂਜੇ ਬੰਨੇ ਜੇ ਅਸੀਂ ਦੇਖੀਏ ਤਾਂ ਪੰਜਾਬ ਲਗਾਤਾਰ ਖਾਲੀ ਹੋ ਰਿਹਾ, ਜਹਾਜ਼ ਭਰ ਕੇ ਤੁਹਾਡੇ ਨੌਜਵਾਨ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ। ਔਰ ਇਹ ਬੜੀ ਇੱਕ ਵਿਚਿੱਤਰ ਜਿਹੀ ਗੱਲ ਹੈ ਤੇ ਬੜੀ ਇੱਕ ਕੰਟਰਾਡਿਕਟਰੀ ਗੱਲ ਹੈਗੀ ਹੈ, ਜਿਹਨੂੰ ਕਹਿੰਦੇ ਨਾ ਕਿ ਵਿਪਰੀਤ ਗੱਲਾਂ ਹੋ ਰਹੀਆਂ ਨੇ। ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਬੋਲਬਾਲਾ, ਜਿਹੜਾ ਝੰਡੇ ਬੁੰਗੇ ਜਿਹੜੇ ਬੁਲੰਦ ਰਹਿਣ ਦੀ ਗੱਲਾਂ ਨੇ, ਉਹ ਕਿਵੇਂ ਹੋਣਗੀਆਂ, ਕਿਵੇਂ ਇਕੱਤਰਤਾ ਕਿਵੇਂ ਹੋਏਗੀ? ਕਿਉਂਕਿ ਜਦੋਂ ਤੱਕ ਲੀਡਰਸ਼ਿਪ ਦੀ ਹਮੇਸ਼ਾ ਕਮੀ ਜਿਹੜੀ ਉਹ ਲੱਗ ਰਹੀ ਹੈ, ਚਾਹੇ ਉਹ ਰਿਲੀਜੀਅਸ ਸੰਗਠਨ ਹੋਵੇ, ਰਿਲੀਜੀਅਸ ਜਥੇਬੰਦੀਆਂ ਹੋਣ, ਜਾਂ ਫਿਰ ਜੇ ਗੱਲ ਕਰੀਏ ਤਾਂ ਸਿਆਸੀ ਵੀ, ਕਿਉਂਕਿ ਨਾ ਕਰਦੇ ਕਿਤੇ ਵੀ ਜਿਹੜੀ ਪ੍ਰੋਪਰ ਲੀਡਰਸ਼ਿਪ ਹੈ ਉਹਦੀ ਘਾਟ ਲਗਾਤਾਰ ਕਈ ਸਾਲਾਂ ਤੋਂ ਦਿਖਾਈ ਦੇ ਰਹੀ ਹੈ। ਦੇਖੋ ਜੀ, ਇਹ ਤਾਂ ਬਦਲਾਅ ਆਉਣਾ ਸੁਭਾਵਿਕ ਆ। ਜਿਹੜੀ ਤੁਸੀਂ ਬੱਚਿਆਂ ਦੀ ਬਾਹਰ ਗੱਲ ਜਾਣਦੇ, ਅੱਜ ਸਾਡੇ ਦੇਸ਼ ਦੇ ਹਾਲਾਤ ਕੀ ਆ, ਮਣੀਪੁਰ ਕੀ ਹੋਇਆ ਵਾ, ਕਹਿੰਦਿਆਂ ਨੂੰ ਸ਼ਰਮ ਆਉਂਦੀ ਹੈ। ਨੂੰਹ 'ਚ ਕੀ ਹੋਇਆ ਵਾ, ਤੁਹਾਡੇ ਪੰਜਾਬ 'ਚ ਸਾਡੇ 'ਚ ਕੀ ਹੋਇਆ। ਅੱਜ ਕੋਈ ਸਾਡਾ ਬੱਚਾ ਤੇ ਬੱਚੀ ਦੋਨੇ ਹੀ, ਬੱਚਾ ਅੱਜ ਸਿਰਿੰਜ ਲੈ ਕੇ ਮਰ ਰਿਹਾ ਆ, ਬੱਚੀ ਬਲਾਤਕਾਰ ਦਾ ਦਰਦ ਲੈ ਕੇ ਮਰ ਰਹੀ ਆ, ਬੱਚੀਆਂ ਡਰੱਗ ਨਾਲ, ਬੱਚੀਆਂ ਵੀ ਸਾਡੀਆਂ ਅਫੈਕਟ ਹੋ ਗਈਆਂ। ਅਸੀਂ ਇਹਨੂੰ ਬਣਾ ਕਿੱਦਾਂ ਦਾ ਦਿੱਤਾ? ਸਾਡੇ ਦੇਸ਼ ਸਾਡਾ, ਅਸੀਂ ਜਿਹੜੇ ਆਹ 50-55 ਸਾਲ ਵਾਲੇ ਆ ਜਾਂ ਇਹ ਲੋਕ ਇੱਥੇ ਖੜੇ ਦਿਸਦੇ ਆ, ਨਵਾਂ ਬੱਚਾ ਤਾਂ ਸਾਡਾ ਕੋਈ ਰਹਿ ਕੇ ਰਾਜੀ ਨਹੀਂ ਹੈਗਾ। ਕਿਉਂਕਿ ਸਾਡੇ ਦੇਸ਼ ਕੋਲ 6 ਰੁੱਤਾਂ, ਹੋਰ ਕਿਸੇ ਕੰਟਰੀ ਵਰਲਡ ਕੋਲ 6 ਰੁੱਤਾਂ ਨਹੀਂ ਹੈਗੀਆਂ, ਪਰੰਤੂ ਅਸੀਂ 6 ਰੁੱਤਾਂ ਵਾਲੇ ਅੱਜ 1 ਰੁੱਤ ਵਾਲਿਆਂ ਦੇ ਜਾ ਕੇ ਉੱਥੇ ਭਾਂਡੇ ਮਾਂਜਣ ਤੇ ਮਜਬੂਰ ਹੋਏ ਆ। ਕਿਉਂਕਿ ਸਾਡੇ ਇੱਥੇ ਕੁਦਰਤ ਨੇ ਸਾਨੂੰ এনवायरमेंट ਬਹੁਤ ਵਧੀਆ ਦਿੱਤਾ ਸੀਗਾ, ਪਰੰਤੂ ਰਾਜਕਰਤਾ ਨੇ ਸਾਡੇ ਕੋਲ ਸਾਰਾ ਕੁਝ ਖੋਲਿਆ। ਨਸ਼ੇ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਵੱਡੀ ਲੋੜ ਹੈਗੀ ਹੈ, ਖਾਸ ਕਰਕੇ ਤੁਸੀਂ ਸਾਰੇ ਜਣੇ ਜਿਵੇਂ ਬਹੁਤ ਸੁਹਿਰਦ ਤਰ੍ਹਾਂ ਦੇ ਇੱਕ ਮਿਲ ਬੈਠੇ ਹੋ। ਨਸ਼ਿਆਂ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਮੁਹਿੰਮ ਚਲਾਈ ਜਾਏਗੀ ਅਗਲੇ ਦਿਨਾਂ ਦੇ ਵਿੱਚ ਜਾਂ ਕਿਸ ਤਰ੍ਹਾਂ? ਕਿਉਂਕਿ ਇਹ ਵੀ ਸਿੱਖ ਰਹਿਤ ਮਰਿਆਦਿਆਂ ਦਾ ਇੱਕ ਮੇਰੇ ਖਿਆਲ ਪਾਰਟ ਹੈ ਕਿ ਨੌਜਵਾਨੀ ਨੂੰ ਸਾਂਭ ਸੰਭਾਲ ਕੇ ਰੱਖਿਆ ਜਾਵੇ, ਕਿਉਂਕਿ ਨਸਲਾਂ ਤੇ ਫਸਲਾਂ ਦੀ ਤਾਂ ਗੱਲ ਹੈ, ਨਸਲ ਬਚੇਗੀ ਤਾਂ ਹੀ ਫਸਲ ਬਚੇਗੀ। ਬਿਲਕੁਲ ਜੀ, ਸਿੱਖ ਦਾ ਫਰਜ਼ ਹੀ ਇਹ ਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਜਿੰਨੀ ਸਾਡੇ 'ਚ ਮਹਾਰਾਜ ਨੇ ਦਿੱਤੀ ਹੈ ਉਸ ਅਨੁਸਾਰ ਅਸੀਂ ਕਰ ਰਹੇ ਹਾਂ ਔਰ ਅਗਲੇ ਦਿਨਾਂ 'ਚ ਕਰਾਂਗੇ ਵੀ। ਮਾਲਵੇ ਵਿੱਚ ਕਾਫੀ ਨਸ਼ਾ ਵਿਰੋਧੀ ਕਮੇਟੀਆਂ ਬਣ ਰਹੀਆਂ ਨੇ, ਸ਼ਾਬਾਸ਼ ਹੈ ਉਹਨਾਂ ਨੌਜਵਾਨਾਂ ਦਾ। ਕਈਆਂ ਨੌਜਵਾਨਾਂ ਨੂੰ ਉਹਦੇ 'ਚ ਜੇਲ੍ਹ ਵੀ ਜਾਣਾ ਪੈ ਰਿਹਾ, ਕਈ ਇੱਥੋਂ ਜ਼ਿੰਦਗੀ ਤੋਂ ਹੱਥ ਵੀ ਧੋ ਗਿਆ। ਤਾਂ ਉਹ ਸਵਾਲੀਆ ਨਿਸ਼ਾਨ ਹੈਗੇ ਆ ਮੌਜੂਦਾ ਸਰਕਾਰ ਦੇ, ਕਿ ਜਿਹੜੀ ਆਈ ਇਹਨਾਂ ਮੁੱਦਿਆਂ ਨੂੰ ਲੈ ਕੇ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਸ਼ੇ ਦਾ ਮੁੱਦਾ ਤੇ ਡਿਵੈਲਪਮੈਂਟ ਦਾ ਮੁੱਦਾ, ਉਹ ਸਾਰਾ ਕੁਝ ਇੱਕ ਵਾਰੀ ਉਹਨਾਂ ਨੂੰ ਝਾਕਣ ਦੀ ਲੋੜ ਆ ਕਿ ਪਛਾਂ ਵੇਖ ਕੇ ਝਾਕਣ। ਨਹੀਂ ਤਾਂ ਜਿਹੜਾ ਲੋਕ ਹੈਗੇ ਆ ਇਹ ਵੱਡੇ ਹੁੰਦੇ ਨੇ, ਇਹਨਾਂ ਦੀ ਗੱਲ ਹੀ ਹੈਗੀ ਆ। ਜਿਹੜੇ ਮੌਜੂਦਾ ਰਾਜ ਕਰਤਾ ਇਹ ਕਹਿੰਦੇ ਲੋਕ ਵੱਡੇ ਹੁੰਦੇ ਆ, ਪਰ ਇਹ ਦੇਖ ਲੈਣ। ਕੋਸਾ, ਜਿੱਥੋਂ ਤੱਕ ਗੱਲ ਕਰੀਏ ਸਾਰੇ ਦੇ ਸਾਰੇ ਮਸਲਿਆਂ ਦੀ, ਹੁਣ ਵਾਈਂਡ ਅਪ ਕਰਕੇ ਇੱਕ ਮੈਨੂੰ ਆਖਰੀ ਗੱਲ ਤੁਹਾਡਾ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਅੱਗੇ ਤੁਹਾਡਾ ਐਕਸ਼ਨ ਪਲਾਨ ਕੀ ਹੋਏਗਾ? ਕਿਉਂਕਿ ਤੁਸੀਂ ਬਾਰ-ਬਾਰ ਸਤਿਕਾਰ ਕਮੇਟੀ ਜਿਹੜੀ ਹੈ ਰੂਬਰੂ ਤਾਂ ਹੋ ਰਹੇ ਹੈ ਮੀਡੀਆ ਦੇ, ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਮਸਲੇ ਤੁਸੀਂ ਆਪੇ ਗਿਣਾਏ, ਆਪਾਂ ਗੱਲਬਾਤ ਕੀਤੀ ਹੈ ਉਸ 'ਤੇ। ਦੇਖੋ ਜੀ, ਮੋਰਚਾ ਇਸ 328 ਸਰੂਪ ਲਈ ਵੀ ਚੱਲ ਰਿਹਾ ਆ। ਪ੍ਰੀਤ ਸਿੰਘ ਸੈਣੀ ਵਾਲਾ ਰੀਨਿਊ ਹੋ ਗਈ ਗੱਲ। ਜੇ ਸਮਾਂ ਰਹਿੰਦਿਆਂ ਸ਼੍ਰੋਮਣੀ ਕਮੇਟੀ ਨੇ, ਮੌਜੂਦਾ ਸਰਕਾਰ ਨੇ ਕੋਈ ਨਾ ਇਹਦੇ 'ਤੇ ਗੱਲ ਕੀਤੀ, ਜਸਟਿਸ ਨਾ ਦਿੱਤਾ, ਇਨਸਾਫ ਨਾ ਦਿੱਤਾ, ਤੇ ਮਜਬੂਰਨ ਫਿਰ ਇਹ ਮੋਰਚਾ ਲੱਗੇਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ।
ਇਹ ਸਾਡੇ ਨਾਲ ਸੀਗੇ ਸੁਖਜੀਤ ਸਿੰਘ ਖੋਸਾ। ਜਿੱਥੋਂ ਤੱਕ ਗੱਲ ਕੀਤੀ ਉਹਨਾਂ ਨੇ ਬਹੁਤ ਖੁੱਲ੍ਹ ਕੇ ਸਾਰੇ ਮਸਲਿਆਂ ਤੇ ਗੱਲ ਕੀਤੀ ਹੈ। ਸਿੱਖ ਮਸਲਿਆਂ ਨੂੰ ਲੈ ਕੇ ਹਮੇਸ਼ਾ ਹੁੰਗਾਰਾ ਜਿਹੜਾ ਭਰਦੀ ਰਹੀ ਹੈ ਸਤਿਕਾਰ ਕਮੇਟੀ, ਔਰ ਸੁਖਜੀਤ ਖੋਸਾ ਨੇ ਸਾਡੇ ਨਾਲ ਇਸ ਬਾਰੇ ਪੂਰੀ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ। ਗੱਲਾਂ ਉਹੀ ਨੇ, ਬਹੁਤ ਪੁਰਾਣੀਆਂ ਨੇ, ਕਈ ਸਾਲ ਹੋ ਗਏ। ਜਾਂ ਸਰੂਪਾਂ ਦੀ ਗੱਲ ਕਰ ਲਈਏ, ਬੇਅਦਬੀਆਂ ਦੀਆਂ ਗੱਲ ਕਰ ਲਈਏ, ਜਾਂ ਫਿਰ ਹੋਰ ਜਿਹੜੀਆਂ ਉਕਤਾਈਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਉਹਦੀ ਗੱਲਬਾਤ ਕਰ ਲਈਏ, ਤਾਂ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਤੁਹਾਡੇ ਪ੍ਰੈਸ਼ਰ ਗਰੁੱਪਸ ਦੇ ਤੌਰ ਤੇ ਕੰਮ ਕਰ ਰਹੇ ਨੇ, ਸਤਿਕਾਰ ਕਮੇਟੀ ਹੈ, ਹੋਰ ਕਈ ਕਮੇਟੀਆਂ ਜਾਂ ਕਈ ਤਰੀਕੇ ਦੇ ਹੋਰ ਧੜੇ ਜਾਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ, ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਉਸ ਦੇ ਵਿੱਚ ਉਕਤਾਈਆਂ ਦੇ ਨਾਲ ਜਿਹੜੀ ਹੈ ਉਹ ਨਜਿੱਠਿਆ ਜਾ ਸਕੇ। ਪਰ ਲੱਗਦਾ ਬਹੁਤ ਔਖਾ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਕਮੇਟੀ ਦਾ ਆਪਣਾ ਟੇਕ ਹੁੰਦਾ ਹੈ ਤੇ ਜਿਹੜੀ ਦੂਜੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਨੇ ਉਹ ਹਮੇਸ਼ਾ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦੀਆਂ ਨੇ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।